Good morning, students. This is Rajbinਦਰ ਸਿੰਘ from Guru Nanak Public Senior Secondary School ਰਈਆ। ਬੱਚਿਓ ਆਪਾਂ +1 ਦੀ ਕੈਮਿਸਟਰੀ ਤੇ ਉਹਦਾ ਯੂਨਿਟ ਨੰਬਰ 1 ਕਰਦੇ ਪਏ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ। ਜਿਹੜਾ ਅੱਜ ਸਾਡੇ ਕੋਲ ਟੌਪਿਕ ਆ ਐਟੋਮਿਕ ਮਾਸ। ਇਹ ਤੇ ਜਿੱਦਾਂ ਕਹਿ ਲਓ ਵੀ ਬੜਾ ਮੇਨ ਟੌਪਿਕ ਹੁੰਦਾ, ਠੀਕ ਹੈ। ਇਹ ਸਮਝ 'ਚ ਬੱਚਿਆਂ ਨੂੰ ਕਈ ਵਾਰ ਘੱਟ ਹੀ ਪੈਂਦਾ ਏ, ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਆਪਾਂ ਨੂੰ ਸਮਝ ਲੱਗੀ ਜਾਵੇ, ਕਿਉਂਕਿ ਇਹ ਬੜਾ ਕੰਪਲੈਕਸ ਜਿਹੀ ਚੀਜ਼ ਆ ਵੀ ਬੱਚੇ ਸੋਚਦੇ ਰਹਿੰਦੇ ਆ ਵੀ ਐਟਮ ਦਾ ਭਾਰ ਕਿੱਦਾਂ ਲੱਭ ਜਾਂਦਾ, ਕੀ ਕੁਝ ਹੁੰਦਾ ਵਾ। ਹੁਣ ਕਿਉਂਕਿ ਐਟਮ ਤੇ ਦਿਖਦੇ ਨਹੀਂ, ਐਟਮ ਦਾ ਜਿਹੜਾ ਜੇ ਆਪਾਂ ਰੇਡੀਅਸ ਵੇਖੀਏ ਹਾਈਡਰੋਜਨ ਐਟਮ ਦਾ 10 ਦੀ ਪਾਵਰ -10 ਹੁੰਦਾ, ਅਤੇ ਸਾਨੂੰ ਸਾਡੀਆਂ ਅੱਖਾਂ ਨਾਲ ਦਿਖਦਾ 10 ਦੀ ਪਾਵਰ -4। ਜਿਹੜੀ ਚੀਜ਼ ਦਿਖਦੀ ਨਹੀਂ ਉਹਦਾ ਭਾਰ ਕਿੱਦਾਂ ਆਪਾਂ ਲੱਭ ਸਕਦੇ ਹਾਂ। ਦੇਖੋ ਐਟੋਮਿਕ ਮਾਸ, ਜਿੱਦਾਂ ਆਪਾਂ ਨਿੱਕੀ ਨਿੱਕੀ ਚੀਜ਼ ਪਹਿਲਾਂ ਵੇਖਨੇ ਕਵਰ ਕਰਕੇ। ਪਹਿਲੀ ਗੱਲ ਤਾਂ ਇਹ ਯਾਦ ਰੱਖੋ ਵੀ ਆਪਾਂ ਰਿਲੇਟਿਵ ਮਾਸ ਕੱਢਣਾ ਵਾ, ਨਾ ਕਿ ਐਕਚੁਅਲ ਮਾਸ ਕੱਢਣਾ। ਰਿਲੇਟਿਵ ਦਾ ਮਤਲਬ ਹੁੰਦਾ ਕਿਸੇ ਨਾਲ ਰਿਲੇਟ ਕਰਕੇ, ਕਿਸੇ ਨਾਲ ਰਿਲੇਟ ਕਰਕੇ। ਹੁਣ ਆਪਾਂ ਆਪਣਾ ਭਾਰ ਐਕਚੁਅਲ ਤਾਂ ਨਹੀਂ ਕੱਢਦੇ, ਆਪਾਂ ਕਿਸੇ ਲੋਹੇ ਜੇ ਨਾਲ ਹੀ ਰਿਲੇਟ ਕਰਦੇ ਹਾਂ ਵੀ ਜੇ ਲੋਹੇ ਜੇ ਦਾ ਇੱਕ ਟੁਕੜਾ 1 ਕਿਲੋ ਦਾ ਵਾ, ਜੇ ਆਪਾਂ ਉਹਦੇ ਲਾਗੇ ਬਹਿ ਜਾਂਦੇ ਹਾਂ, ਜੇ ਅਸੀਂ ਬਰਾਬਰ ਹੋ ਗਏ ਤਾਂ ਅਸੀਂ ਉਹਦੇ ਨਾਲ ਰਿਲੇਟ ਕਰ ਲਿਆ। ਅਸੀਂ ਕਹਿ ਤਾ ਜੇ ਤੂੰ 1 ਕਿਲੋ ਦਾ ਅਤੇ ਅਸੀਂ ਵੀ 1 ਕਿਲੋ ਦੇ, ਵੀ ਆਪਾਂ ਨੂੰ ਐਕਚੁਅਲ 'ਤੇ ਕੱਢਣਾ ਆਉਂਦਾ ਹੀ ਨਹੀਂ। ਯਾਦ ਰੱਖੋ ਐਕਚੁਅਲ ਚੀਜ਼ ਆਪਾਂ ਨਹੀਂ ਕੱਢੀ ਦੀ, ਆਪਾਂ ਕਿਸੇ ਨਾਲ ਰਿਲੇਟ ਕਰਕੇ ਚੀਜ਼ ਕੱਢਦੇ ਹਾਂ। ਫਿਰ ਆਪਾਂ ਸ਼ੁਰੂ 'ਚ ਕਹਿ ਸਕਦੇ ਹਾਂ ਵੀ ਡਿਫਾਈਨ, ਨਿੱਕੀਆਂ ਨਿੱਕੀਆਂ ਗੱਲਾਂ ਲਿਖੂੰਗਾ, ਵੀ ਡਿਫਾਈਨ ਰਿਲੇਟਿਵ ਮਾਸ, ਰਿਲੇਟਿਵ ਮਾਸ ਨੋਟ ਐਕਚੁਅਲ ਮਾਸ। ਪਹਿਲੀ ਗੱਲ ਤੁਹਾਨੂੰ ਆਪਾਂ ਕਹੀ ਆ ਵੀ ਆਪਾਂ ਆਪਣਾ ਅਸਲ ਭਾਰ ਨਹੀਂ ਪਤਾ ਕਰ ਸਕਦੇ, ਕਿਸੇ ਨਾਲ ਰਿਲੇਟ ਕਰਕੇ ਆਪਾਂ ਭਾਰ ਕੱਢੀ ਦਾ, ਠੀਕ ਆ। ਫਿਰ ਆਪਾਂ ਫਿਰ ਤੇ ਸਾਨੂੰ ਕੋਈ ਨਾ ਕੋਈ ਸਟੈਂਡਰਡ ਚੀਜ਼ ਚਾਹੀਦੀ। ਜਿੱਦਾਂ ਦੇਖੋ, ਜਿੱਦਾਂ ਮੰਨ ਲਓ ਮੈਂ ਪੈਨ ਨੂੰ ਸਟੈਂਡਰਡ ਬਣਾ ਲੈਂਦਾ ਅਤੇ ਮੈਂ ਇੱਕ ਬੰਨੇ ਪੈਨ ਰੱਖਦਾ, ਇੱਕ ਬੰਨੇ ਖੁਦ ਬੈਠ ਜਾਂਦਾ। ਹੁਣ ਮੈਂ ਕੀ ਦੇਖਦਾ, ਮੈਂ ਕਹਿ ਦੂੰਗਾ ਵੀ ਮੇਰਾ ਜਿਹੜਾ ਵੇਟ ਆ ਉਹ 50 ਪੈਨ ਦੇ ਬਰਾਬਰ ਆ। ਪੈਨ ਇੱਕ ਸਟੈਂਡਰਡ ਹੋ ਗਿਆ, ਇੱਕ ਪੈਨ ਦੇ ਬਰਾਬਰ ਨਹੀਂ ਆ, ਇੱਦਾਂ ਦੇ 50 ਪੈਨ ਦੇ ਬਰਾਬਰ ਆ। ਜਦੋਂ ਵੀ ਤੁਸੀਂ ਮਾਸ ਕੱਢਣਾ ਜਾਂ ਜਦੋਂ ਵੀ ਕੋਈ ਮੈਜ਼ਰਮੈਂਟ ਕਰਨੀ ਆ ਤੇ ਇੱਕ ਸਟੈਂਡਰਡ ਬਣਾਉਣਾ ਪੈਣਾ। ਜਿੱਦਾਂ ਆਪਣੀ ਕੋਲ ਸਟੈਂਡਰਡ ਕੀ ਹੈਗਾ ਵਾ, ਕੇਜੀ ਨਾਲ ਆਪਾਂ ਮਾਸ, ਆਪਾਂ ਕਹਿੰਦੇ ਵੀ ਆਪਣੇ ਕੋਲ ਮਾਸ ਪਤਾ ਕਰਨ ਲਈ ਸਟੈਂਡਰਡ ਹੈਗਾ ਕੇਜੀ, ਅਤੇ ਆਪਾਂ ਕੇਜੀ ਵਧਾਈ ਜਾਂਦੇ ਜੇ ਸਾਡਾ ਮਾਸ ਜ਼ਿਆਦਾ ਵਾ। ਆਪਾਂ ਕਹਿਤਾ ਸਾਡਾ ਮਾਸ ਹੈਗਾ 70 kg ਦੇ ਬਰਾਬਰ, ਕੇਜੀ ਸਟੈਂਡਰਡ ਆ। ਜੇ ਸਾਨੂੰ ਫੀਵਰ ਹੁੰਦਾ, ਟੈਂਪਰੇਚਰ ਮੈਜ਼ਰ ਕਰਨਾ, ਅਤੇ ਸਾਡੇ ਕੋਲ ਸਟੈਂਡਰਡ ਕੀ ਹੈਗਾ ਡਿਗਰੀ ਸੈਲਸੀਅਸ। ਜੇ ਜ਼ਿਆਦਾ ਤਾਪਮਾਨ ਹੈ ਤਾਂ ਉਹੀ ਡਿਗਰੀ ਸੈਲਸੀਅਸ ਆਪਾਂ ਇੱਕ ਤੋਂ ਬਾਅਦ ਐਡ ਕਰੀ ਜਾਂਦੇ। 36 ਡਿਗਰੀ ਸੈਲਸੀਅਸ ਕਿੰਨਾ ਹੋ ਗਿਆ, ਓਨਾ ਕੁ ਆਪਾਂ ਦੇਖ ਲਈਦਾ, ਠੀਕ ਹੈ। ਸਾਨੂੰ ਇੱਕ ਸਟੈਂਡਰਡ ਬਣਾਉਣਾ ਪੈਂਦਾ ਵਾ, ਆਪਾਂ ਰਿਲੇਟ ਕਰਨਾ ਨਾ ਕਿਸੇ ਨਾਲ, ਫਿਰ ਆਪਾਂ ਕਹਿ ਦਾਂਗੇ ਸੋ ਵੀ ਰੈਕੋਗਨਾਈਜ਼ਡ, ਸੋ ਵੀ ਰੈਕੋਗਨਾਈਜ਼। ਜੇ ਆਪਾਂ ਐਟਮ ਦਾ ਭਾਰ ਲੱਭਣਾ ਤਾਂ ਇੱਕ ਐਟਮ ਨੂੰ ਸਟੈਂਡਰਡ ਬਣਾਉਣਾ ਪੈਣਾ ਵੀ ਉਸ ਐਟਮ ਨਾਲ ਆਪਾਂ ਕੰਪੇਅਰ ਕਰੀ ਜਾਈਏ। ਸੋ ਵੀ ਰੈਕੋਗਨਾਈਜ਼ ਆ ਸਟੈਂਡਰਡ ਐਟਮ, ਆ ਸਟੈਂਡਰਡ ਐਟਮ। ਸ਼ੁਰੂ ਦੇ ਵਿੱਚ ਜਦੋਂ ਸਾਇੰਟਿਸਟ ਇਹ ਚੀਜ਼ਾਂ ਹੋਏ ਨਾ, ਉਹਨਾਂ ਨੇ ਸਟੈਂਡਰਡ ਐਟਮ ਬਣਾਇਆ ਸੀ ਹਾਈਡਰੋਜਨ। ਅੱਜ ਕੱਲ੍ਹ ਕਾਰਬਨ ਆ, ਸਭ ਤੋਂ ਪਹਿਲਾਂ ਹਾਈਡਰੋਜਨ ਹੀ, ਫਿਰ ਆਕਸੀਜਨ ਹੀ, ਅਤੇ ਫਿਰ ਜਾ ਕੇ ਕਾਰਬਨ ਬਣਿਆ। ਇਹ ਵੀ ਆਪਣੀ ਨੌਲੇਜ ਵਿੱਚ ਰੱਖੋ। ਫਸਟ ਸਟੈਂਡਰਡ ਐਟਮ ਇਜ਼ ਹਾਈਡਰੋਜਨ। ਪਹਿਲਾ ਹਾਈਡਰੋਜਨ ਸਟੈਂਡਰਡ ਐਟਮ ਹੀ, ਅਤੇ ਉਦੋਂ ਕਿੱਦਾਂ ਡਿਫਾਈਨ ਕਰਦੇ ਹੁੰਦੇ ਸੀ ਵੀ ਕੋਈ ਕਿੰਨੇ ਟਾਈਮ ਹੈਵੀਅਰ ਹੈਗਾ ਵਾ ਹਾਈਡਰੋਜਨ ਐਟਮ ਦੇ ਨਾਲੋਂ। ਹਾਈਡਰੋਜਨ ਦਾ ਮਾਸ ਮੰਨ ਕੇ ਚੱਲਿਆ ਜਾਂਦਾ ਸੀ 1 ਯੂਨਿਟ। ਹੁਣ ਸਾਨੂੰ ਕੀ ਪਤਾ, ਸਾਨੂੰ ਅੱਜ ਤੱਕ ਨਹੀਂ ਪਤਾ 1 ਕਿਲੋ ਕਹਿੰਦੇ ਕਿੰਨੂੰ ਆ। ਆਪਾਂ ਕੀ ਸ਼ੁਰੂ ਦੇ ਵਿੱਚ ਉਹਨਾਂ ਨੇ ਕੀ ਕਰ ਲਿਆ, ਉਹਨਾਂ ਨੇ ਕਹਿਤਾ ਵੀ ਆਹ ਇੱਕ ਪੱਥਰ ਆ ਇੰਨਾ ਕੁ, ਇਹਨੂੰ ਆਪਾਂ ਅੱਜ ਤੋਂ 1 ਕਿਲੋ ਕਹਿ ਦਿਆ ਕਰਾਂਗੇ। ਹੁਣ ਸਾਨੂੰ ਪਤਾ ਹੀ ਨਹੀਂ 1 ਕਿਲੋ ਹੁੰਦਾ ਕੀ ਆ। ਹੋ ਸਕਦਾ ਸ਼ੁਰੂ ਦੇ ਵਿੱਚ ਉਹਨਾਂ ਦਾ ਦਿਮਾਗ ਕਿਤੇ ਹੋਰ ਕੰਮ ਕਰ ਜਾਂਦਾ, ਉਹ ਨਿੱਕੇ ਜਿਹੇ ਪੱਥਰ ਨੂੰ ਇੰਨੇ ਕੁ ਨੂੰ ਕਹਿ ਦਿੰਦੇ ਵੀ ਇਹਨੂੰ 1 ਕਿਲੋ ਕਹਿ ਦਿਆ ਕਰਾਂਗੇ, ਠੀਕ ਹੈ ਨਾ। ਸ਼ੁਰੂ ਦੇ ਵਿੱਚ ਉਹਨਾਂ ਨੇ ਕਹਿਤਾ ਵੀ ਇੰਨੀ ਚੀਜ਼ ਨੂੰ ਆਪਾਂ 1 ਮੀਟਰ ਕਹਿ ਦਾਂਗੇ। ਹੁਣ ਉੱਥੇ ਉਹਨਾਂ ਨੇ ਸਲਾਹ ਕਰਕੇ ਇੰਨੀ ਕੁ ਚੀਜ਼ ਨੂੰ 1 ਮੀਟਰ ਕਹਿਤਾ, ਹੋ ਸਕਦਾ ਉਹ ਬੜੀ ਵੱਡੀ ਚੀਜ਼ ਨੂੰ 1 ਮੀਟਰ ਕਹਿੰਦੇ ਹੁੰਦੇ। ਜਿੱਦਾਂ ਆਪਾਂ ਕਹਿੰਦੇ ਆ ਵੀ ਸਾਡੇ ਤੋਂ ਰਈਆ 10 ਕਿਲੋਮੀਟਰ ਆ, ਹੋ ਸਕਦਾ ਕਿਲੋਮੀਟਰ ਬੜਾ ਵੱਡੀ ਚੀਜ਼ ਹੁੰਦੀ ਅਤੇ ਆਪਾਂ ਮੀਟਰ ਹੀ ਬੜੇ ਵੱਡੇ ਬਣਾ ਲੈਂਦੇ। ਆਪਾਂ ਕਹਿ ਦਿੰਦੇ ਸਾਡੇ ਤੋਂ ਰਈਆ ਸਿਰਫ 10 ਮੀਟਰ ਆ, ਵੀ ਕਿੰਨੀ ਜ਼ਿਆਦਾ ਡਿਸਟੈਂਸ ਨੂੰ ਆਪਾਂ 1 ਮੀਟਰ ਕਹਿਣ ਲੱਗ ਪੈਂਦੇ। ਬਸ ਇਹੋ ਹੀ ਆ ਵੀ ਕਿਸੇ ਨੂੰ ਕੁਝ ਨਹੀਂ ਪਤਾ, ਇੱਕ ਸਟੈਂਡਰਡ ਬਣਾਇਆ ਵਾ ਵੀ ਇੰਨੀ ਕੁ ਚੀਜ਼ ਨੂੰ ਕਿਲੋ ਕਹਿਣਾ, ਇੰਨੀ ਕੁ ਚੀਜ਼ ਨੂੰ ਮੀਟਰ ਕਹਿਣਾ।
ਤੇ ਇਹ ਥੋੜ੍ਹੇ ਕੁ ਸੇਕ ਨੂੰ ਡਿਗਰੀ ਸੈਲਸੀਅਸ ਕਹਿਣਾ, ਜ਼ਿਆਦਾ ਸੇਕ ਨੂੰ 100 ਡਿਗਰੀ ਸੈਲਸੀਅਸ ਕਹਿ ਦਿੱਤਾ। ਠੀਕ ਹੈ, ਹੁਣ ਆ ਵੇਖੋ ਸ਼ੁਰੂ ਦੇ ਵਿੱਚ ਉਹਨਾਂ ਨੇ ਪਹਿਲਾ ਸਟੈਂਡਰਡ ਐਟਮ ਕੀ ਬਣਾਇਆ, ਹਾਈਡਰੋਜਨ, ਤੇ ਇਹਦਾ ਭਾਰ ਉਹਨਾਂ ਨੇ ਕਿਹਾ 1 ਹੋਇਆ ਕਰੂਗਾ। 1 ਐਟੋਮਿਕ ਮਾਸ ਯੂਨਿਟ, ਬਾਅਦ ਯੂਨਿਟ ਤੇ ਆਉਂਦੇ ਆ, ਇਹਦਾ ਭਾਰ ਉਹਨਾਂ ਨੇ ਕਹਿਤਾ 1 ਹੋਇਆ ਕਰੂਗਾ। ਕਿੱਦਾਂ ਕੰਪੇਅਰ ਕਰਦੇ ਉਹਨਾਂ ਨੇ, ਕਹਿੰਦੇ ਹੁੰਦੇ ਸੀ ਐਟੋਮਿਕ ਮਾਸ ਨੂੰ ਕਿੱਦਾਂ ਡਿਫਾਈਨ ਕਰਨਾ। ਫਿਰ ਹਾਈਡਰੋਜਨ ਦੇ ਕੇਸ ਵਿੱਚ ਕਹਿੰਦੇ ਸੀ ਐਟੋਮਿਕ ਮਾਸ was defined as the number of times it was heavier than the atom of hydrogen ਤੇ ਹਾਈਡਰੋਜਨ ਨੂੰ ਕਿੱਦਾਂ ਲਿਆ, ਟੇਕਨ ਐਜ਼ 1। ਠੀਕ ਹੈ, ਉਹਦਾ ਭਾਰ ਜਿੱਦਾਂ ਕਹਿ ਲਓ 1 ਗ੍ਰਾਮ ਲਿਆ ਜਾਂ ਜਿੰਨਾ ਵੀ ਲਿਆ, 1 ਯੂਨਿਟ ਲਿਆ, 1 ਐਟੋਮਿਕ ਮਾਸ ਯੂਨਿਟ ਲਿਆ, 1 ਲਿਆ ਸੀ ਉਹਦਾ ਹਾਈਡਰੋਜਨ ਦਾ। ਹੁਣ ਹਾਈਡਰੋਜਨ ਫੇਲ ਹੋ ਗਿਆ, ਇਹ ਇੰਨਾ ਨਹੀਂ ਚੱਲਿਆ। ਕਾਰਨ ਕੀ ਆ, ਹਾਈਡਰੋਜਨ ਦਾ ਇੱਕ ਰੂਪ ਨਹੀਂ ਹੁੰਦਾ, ਹਾਈਡਰੋਜਨ ਦੇ ਕਿੰਨੇ ਰੂਪ ਆ, ਪ੍ਰੋਟੀਅਮ, ਡਿਊਟੀਰੀਅਮ, ਟਰਾਈਟੀਅਮ। ਵੀ ਇਹ ਇੱਕ ਪਿਓਰ ਚੀਜ਼ ਨਹੀਂ ਹੈਗੀ, ਇਹਦੇ ਕਿੰਨੇ ਆਈਸੋਟੋਪ ਹੁੰਦੇ ਆ, ਪ੍ਰੋਟੀਅਮ, ਡਿਊਟੀਰੀਅਮ ਤੇ ਟਰਾਈਟੀਅਮ, ਜਿਹੜੇ ਅੱਗੇ ਜਾ ਕੇ ਮੁਸ਼ਕਿਲ ਪੈਦਾ ਕਰਦੇ ਸੀ ਵੀ ਸਾਨੂੰ ਐਗਜ਼ੈਕਟ ਰੀਡਿੰਗ ਨਹੀਂ ਆਉਂਦੀ। ਫਿਰ ਇਹ ਤੇ ਕੈਂਸਲ ਹੋ ਗਿਆ, ਇਹ ਨਹੀਂ ਚੱਲਿਆ ਜ਼ਿਆਦਾ ਦੇਰ ਤੱਕ। ਹੁਣ ਆ ਗਿਆ ਦੂਜਾ ਸਟੈਂਡਰਡ ਐਟਮ ਕਿਹੜਾ ਲੈਣ ਫਿਰ, ਤੇ ਦੂਸਰਾ ਸਟੈਂਡਰਡ ਐਟਮ ਉਹਨਾਂ ਨੇ ਲਿਆ ਆਕਸੀਜਨ। ਸੈਕਿੰਡ ਸਟੈਂਡਰਡ ਐਟਮ ਇਜ਼ ਆਕਸੀਜਨ। ਤੇ ਆਕਸੀਜਨ ਨੂੰ ਕਿੰਨਾ ਟੇਕ ਕੀਤਾ ਸੀ ਉਹਨਾਂ ਨੇ, ਜਿੱਦਾਂ ਹਾਈਡਰੋਜਨ ਦਾ ਭਾਰ 1 ਮੰਨ ਕੇ ਚੱਲਿਆ ਸੀ ਤੇ ਆਕਸੀਜਨ ਦਾ 16 ਮੰਨ ਕੇ ਚੱਲਿਆ ਸੀ। ਜੇ ਕੋਈ ਐਟਮ 2 ਆਕਸੀਜਨ ਦੇ ਬਰਾਬਰ ਫਿਰ ਉਹ 32 ਹੋ ਗਿਆ, ਜੇ ਕੋਈ ਐਟਮ ਜਿਹੜਾ 10 ਆਕਸੀਜਨ ਦੇ ਬਰਾਬਰ ਆ ਤੇ 160 ਹੋ ਗਿਆ। ਠੀਕ ਹੈ ਨਾ, ਵੀ ਉਹਦਾ ਆਕਸੀਜਨ ਨੂੰ ਕਿੰਨਾ ਉਹਨਾਂ ਨੇ ਟੇਕ ਕੀਤਾ 16। ਬਾਕੀ ਸਾਰੀ ਡੈਫੀਨੇਸ਼ਨ ਸੇਮ ਹੀ ਆ ਜਿੱਦਾਂ ਆ ਹੈਗਾ ਨਾ, ਬਾਕੀ ਸਾਰਾ ਉੱਦਾਂ ਹੀ ਲਿਖ ਦੇਣਾ। ਐਟੋਮਿਕ ਮਾਸ ਵਾਸ ਡਿਫਾਈਨਡ, ਇਹਨਾਂ ਨੂੰ ਵਾਸ ਕਰਕੇ ਕਿਉਂ ਕਹਿਣ ਡਿਆ, ਕਿਉਂਕਿ ਇਹ ਜ਼ਿਆਦਾ ਚੱਲੇ ਨਹੀਂ ਨਾ ਹੁਣ ਇਨ ਪ੍ਰੈਜ਼ੈਂਟ ਤੇ ਇਹਨਾਂ ਨੂੰ ਲੈਣੇ ਨਹੀਂ ਆਪਾਂ, ਤਾਂ ਕਰਕੇ ਇਹ ਦੋਵੇਂ ਵਾਸ ਨਾਲ ਲਿਖਣ ਡਿਆ। ਜਿਹੜਾ ਫਿਊਚਰ ਦੇ ਪ੍ਰੈਜ਼ੈਂਟ ਵਿੱਚ ਚੱਲਦਾ ਪਿਆ ਕਾਰਬਨ ਐਟਮ, ਉਹਨਾਂ ਇਜ਼ ਲਾ ਕੇ ਆਪਾਂ ਕਰ ਲਾਂਗੇ। ਐਟੋਮਿਕ ਮਾਸ ਵਾਸ ਡਿਫਾਈਨਡ ਐਜ਼ ਦਾ number of times it was heavier than the atom of oxygen taken as 16। ਆਕਸੀਜਨ ਨੂੰ 16 ਲਿਆ। ਹੁਣ ਆ ਗਿਆ ਇਹ ਤੋਂ ਬਾਅਦ ਵਾਲਾ ਸਟੈਂਡਰਡ ਐਟਮ ਜਿਹੜਾ ਇਹ ਵੀ ਫੇਲ ਹੋ ਗਿਆ। ਕਈ ਰੀਜ਼ਨ ਰਹੇ ਹੋਣਗੇ ਆਕਸੀਜਨ ਦੇ ਫੇਲ ਹੋਣ 'ਚ। ਆਕਸੀਜਨ ਓਜ਼ੋਨ ਵਿੱਚ ਕਨਵਰਟ ਹੋ ਜਾਂਦਾ ਹੋਊਗਾ, O2 ਤੋਂ O3 ਬਣ ਜਾਂਦਾ ਹੋਊਗਾ, ਕਿਸੇ ਨਾਲ ਰਿਐਕਸ਼ਨ ਕਰਕੇ ਕੁਝ ਹੋਰ ਬਣਾ ਜਾਂਦਾ ਹੋਊਗਾ। ਵੀ ਇਹਦੇ ਕਈ ਕਾਰਨ ਹੋਣਗੇ ਇਹਨੂੰ, ਕਿਉਂਕਿ ਆਕਸੀਜਨ ਜਿਹੜਾ ਇਹ ਰਿਐਕਟਿਵ ਵੀ ਹੁੰਦਾ ਹੈ ਨਾ, H2 + O2 ਰਲ ਕੇ ਵਾਟਰ ਬਣਾ ਜਾਂਦੇ ਹੋਣਗੇ, ਹੋਰ ਪੈਰੋਕਸਾਈਡ ਬਣ ਜਾਂਦਾ ਹੋਊਗਾ, ਜਾਂ ਇਹਦਾ ਵੀ ਆਈਸੋਟੋਪ ਦਾ ਕੋਈ ਚੱਕਰ ਹੋਊਗਾ। ਵੀ ਇਹਦੀਆਂ ਵੀ ਲਿਮੀਟੇਸ਼ਨ ਹੀ ਤੇ ਅੱਗੇ ਨਹੀਂ ਚੱਲਿਆ। ਫਿਰ 1961 ਦੇ ਵਿੱਚ ਇੱਕ ਸਟੈਂਡਰਡ ਐਟਮ ਇਹਨਾਂ ਨੂੰ ਲੱਭ ਗਿਆ C12। C12 ਦਾ ਮਤਲਬ ਕਾਰਬਨ ਜਿਹਦਾ ਭਾਰ ਕਿੰਨਾ 12। ਜਿੱਦਾਂ ਆਕਸੀਜਨ ਨੂੰ 16 ਲਿਆ, ਹਾਈਡਰੋਜਨ ਨੂੰ 1 ਲਿਆ, ਤੇ ਇਸ ਕਾਰਬਨ ਨੂੰ 12 ਲੈਣਾ। ਕਾਰਬਨ ਵੀ 2 ਹੁੰਦੇ, ਇੱਕ 12 ਤੇ ਇੱਕ 14। 12 ਵਾਲਾ ਇਹਨਾਂ ਨੇ ਸਿਲੈਕਟ ਕੀਤਾ। ਇਹਨੂੰ ਆਪਾਂ ਬਣਾ ਲਿਆ ਵਾਸ ਟੇਕਨ ਐਜ਼ ਸਟੈਂਡਰਡ ਐਟਮ। ਤੇ ਫਿਰ ਸਾਰੀ ਡੈਫੀਨੇਸ਼ਨ ਇੱਦਾਂ ਹੀ ਆ ਜਾਣੀ। ਐਟੋਮਿਕ ਮਾਸ ਵਾਸ ਡਿਫਾਈਨਡ ਐਜ਼, ਸਾਰਾ ਕੁਝ ਇੱਦਾਂ, ਤੇ ਬਾਅਦ 'ਚ ਕੀ ਲਿਖ ਦੇਣਾ ਇੱਥੇ 16 ਦੀ ਜਗ੍ਹਾ ਤੇ ਕਿੰਨਾ ਆ ਜਾਣਾ 12। ਠੀਕ ਹੈ, 16 ਦੀ ਜਗ੍ਹਾ ਤੇ ਕਿੰਨਾ ਆ ਜਾਣਾ 12। ਫਿਰ ਆਪਾਂ ਇੱਥੇ ਕਹਿ ਸਕਦੇ ਹਾਂ ਐਟੋਮਿਕ ਮਾਸ ਯੂਨਿਟ, ਇਹਨੂੰ ਆਪਾਂ ਐਬਰੀਵੇਸ਼ਨ ਦੀ 'ਚ ਲਿਖ ਲਿਆ ਐਟੋਮਿਕ ਮਾਸ ਯੂਨਿਟ। ਕਿਹਦੇ ਬਰਾਬਰ ਹੁੰਦਾ, AMU ਦਾ ਮਤਲਬ ਐਟੋਮਿਕ ਮਾਸ ਯੂਨਿਟ। ਇਹਨੂੰ ਆਪਾਂ ਕਿੱਦਾਂ ਲਿਖਣਾ ਵਾ, 1/12 ਮਾਸ ਆਫ ਐਟਮ ਆਫ ਕਾਰਬਨ 12। ਇਹ ਕਿੱਦਾਂ ਆਹ ਚੀਜ਼ ਆਪਾਂ ਕਿੱਦਾਂ ਕਿ ਜਿੱਦਾਂ ਕਾਰਬਨ ਆ, ਕਾਰਬਨ ਦਾ ਕਿੰਨਾ ਭਾਰ ਹੈਗਾ 12, ਇਹਦੇ 12 ਹਿੱਸੇ ਕਰ ਲਓ।
ਜਿੱਦਾਂ ਆਪਾਂ 1 2 3 4 5 6 7 8 9 10 11 12 12 ਹਿੱਸੇ ਕਰ ਲਏ ਆ ਇੱਕ ਨੂੰ ਸਟੈਂਡਰਡ ਬਣਾ ਲਿਆ ਆਪਾਂ 1 ਐਟੋਮਿਕ ਮਾਸ ਯੂਨਿਟ ਦਾ ਮਤਲਬ ਹੁੰਦਾ ਆ ਕਾਰਬਨ 12 ਦਾ 12ਵਾਂ ਹਿੱਸਾ ਵੀ ਇੰਨਾ ਛੋਟਾ ਹਿੱਸਾ ਕਾਰਬਨ 12 ਵਾਲੇ ਦਾ 12ਵਾਂ ਹਿੱਸਾ ਇਹਨੂੰ ਕਹੀਦਾ 1 ਐਟੋਮਿਕ ਮਾਸ ਯੂਨਿਟ ਤੇ ਇਹਦੀ ਵੈਲਿਊ ਬਾਅਦ ਚ ਆਪਣੇ ਕੋਲ ਡਿਵਾਈਸ ਇੱਕ ਬਣ ਗਈ ਸਪੈਕਟੋਮੀਟਰ ਕਰਕੇ ਕੁਝ ਉਹਦੇ ਥਰੂ AMU ਦੀ ਵੈਲਿਊ ਕਿੰਨੀ ਨਿਕਲ ਕੇ ਆ ਗਈ 1.6610 ਦੀ ਪਾਵਰ -24 ਗ੍ਰਾਮ 1 AMU ਜਿਹੜਾ ਜਿੱਦਾਂ ਜਿੱਦਾਂ ਡਿਵੈਲਪ ਹੋਈ ਗਈ ਸਾਇੰਸ ਉੱਦਾਂ ਉਹਨਾਂ ਨੇ ਇੱਕ ਡਿਵਾਈਸ ਬਣਾ ਲਈ ਪਹਿਲੋਂ ਤੇ ਕੁਝ ਨਹੀਂ ਪਤਾ ਕਿੰਨੇ ਗ੍ਰਾਮ ਦਾ ਹੁੰਦਾ ਫਿਰ ਪਤਾ ਲੱਗਣ ਡਿਆ ਪਿਆ ਇੰਨੇ ਗ੍ਰਾਮ ਦਾ ਹੁੰਦਾ ਠੀਕ ਥੈਂਕ ਯੂ